So welcome once again students in the lecture series that we had started on internet and web technologies ਜਿਸ ਦੇ ਵਿੱਚ ਅਸੀਂ already HTML ਦੇ ਸਾਰੇ topics cover up ਕਰ ਚੁੱਕੇ ਹਾਂ and ਪਿਛਲੇ lectures ਦੇ ਵਿੱਚ ਅਸੀਂ ਇਹ ਵੀ ਦੇਖ ਚੁੱਕੇ ਹਾਂ ਕਿ HTML ਦੇ ਜੋ basic elements ਨੇ tags ਨੇ ਉਹਨਾਂ ਨੂੰ use ਕਰਕੇ ਅਸੀਂ ਇੱਕ basic minimal website ਕਿੱਦਾਂ ਬਣਾ ਸਕਦੇ ਹਾਂ ਜਿਹੜੀ ਕਿ ਹਾਲਾਂਕਿ ਕਾਫੀ basic website ਸੀ ਬਹੁਤ ਜ਼ਿਆਦਾ look wise ब्यूटीफुल नहीं सीगी ठीक है बट उसकी जो ब्यूटिफिकेशन करनी है वो हुन किने करनी है CSS ने करनी है जो कि अपना नेक्स्ट टॉपिक है एंड अगेन दिस इज वेरी इंपॉर्टेंट टॉपिक ठीक है ना क्यों क्योंकि HTML आज दी डेट दे विच CSS तो बिना इनकम्प्लीट है ठीक है सो CSS एक बेसिक जी HTML वेबसाइट नु एक अनदर लेवल दे ऊपर लेके जा सकती है सो HTML ਆਪਾਂ डिस्कस कर चुके हैं CSS ਆਪਾਂ डिस्कस करांगे एंड इस पे ਵਿੱਚ ਹੀ ਆਪਾਂ ਕੁਝ ਨਾ ਕੁਝ CSS3 ਦੇ ਵੀ ਐਲੀਮੈਂਟਸ ਦੇਖਾਂਗੇ ਹਾਲਾਂਕਿ HTML5 ਐਂਡ CSS3 ਦੇ ਜੋ ਬੇਸਿਕ ਜਿਹੜੀਆਂ ਐਡੀਸ਼ਨਸ ਹੋਈਆਂ ਨੇ ਜੋ ਐਡਵਾਂਸਮੈਂਟ ਆਈਆਂ ਨੇ ਕਿਉਂਕਿ HTML5 ਐਂਡ CSS3 ਆਰ ਦ ਨਿਊਅਰ ਵਰਜ਼ਨਸ ਆਫ HTML ਐਂਡ CSS ਓਕੇ ਐਂਡ ਇਹਨਾਂ ਦੇ ਬਾਰੇ ਮੈਂ ਲੇਟਰ ਡਾਊਨ ਦ ਲਾਈਨ ਗੱਲ ਕਰੂੰਗਾ ਜਦੋਂ ਆਪਾਂ CSS ਵਾਲਾ ਕੰਪਲੀਟ ਕਰ ਲਾਂਗੇ ਪੋਰਸ਼ਨ ਐਂਡ ਉਸ ਤੋਂ ਬਾਅਦ ਅਗੇਨ ਆਪਾਂ ਇੱਕ ਵੈਬਸਾਈਟ ਇਦਾਂ ਦੀ ਤਿਆਰ ਕਰਾਂਗੇ ਜੋ ਆਪਾਂ HTML ਦੇ ਨਾਲ ਜੋ ਆਪਾਂ ਆਲਰੇਡੀ ਇੱਕ ਤਿਆਰ ਕੀਤੀ ਸੀ ਵੈਬਸਾਈਟ ਦੈਟ ਵਾਸ ਦ ਰਿਲੇਟਡ ਟੂ ਟੈਕਨੋਲੋਜੀ ਡੋਮੇਨ ਤਾਂ ਉਸੇ ਵੈਬਸਾਈਟ ਦੇ ਉੱਪਰ ਆਪਾਂ ਫਿਰ ਫਰਦਰ CSS ਲਗਾ ਕੇ ਉਸ ਨੂੰ ਹੋਰ ਇੰਪਰੂਵ ਕਰਾਂਗੇ ਓਕੇ ਤਾਂ ਕਿ ਤੁਹਾਨੂੰ ਇਹ ਪਤਾ ਲੱਗ ਸਕੇ ਕਿ ਇੱਕ CSS ਵੈਬਸਾਈਟ ਨੂੰ ਕਿੱਦਾਂ ਆਪਾਂ ਹੈਂਡਲ ਕਰਨਾ ਜਦੋਂ ਇਹ ਸਾਰਾ ਕੁਝ ਕੰਪਲੀਟ ਹੋ ਜਾਏਗਾ ਫਿਰ ਆਪਾਂ ਕਰਾਂਗੇ ਬੂਟਸਟ੍ਰੈਪ ਠੀਕ ਹੈ ਸੋ ਬੂਟਸਟ੍ਰੈਪ ਕੀ ਚੀਜ਼ ਹੈ ਉਸ ਦੇ ਬਾਰੇ ਆਪਾਂ ਬਾਅਦ ਦੇ ਵਿੱਚ ਗੱਲ ਕਰਾਂਗੇ ਨਾਓ ਸਟਾਰਟ ਕਰਦੇ ਹਾਂ CSS ਨਾਓ CSS ਦੀ ਅਗਰ ਫੁੱਲ ਫਾਰਮ ਦੀ ਗੱਲ ਕਰੀਏ ਤਾਂ CSS ਇਜ਼ ਬੇਸਿਕਲੀ ਕੈਸਕੇਡਿੰਗ ਸਟਾਈਲ ਸ਼ੀਟ देखो मैं अपनी अर्लीयर HTML ਦੀ ਵੀਡੀਓਜ਼ ਦੇ ਵਿੱਚ ਇਹਦੇ ਬਾਰੇ ਥੋੜਾ ਜਿਹਾ ਤੁਹਾਨੂੰ ਗਲਿੰਪਸ ਦੇ ਚੁੱਕਿਆ ਥੋੜੀ ਜਿਹੀ ਤੁਹਾਨੂੰ ਇੰਟਰੋਡਕਸ਼ਨ ਦੇ ਚੁੱਕਿਆ ਬੇਸਿਕ ਜਿਸ ਦੇ ਵਿੱਚ ਤੁਹਾਨੂੰ ਅਗਰ ਯਾਦ ਹੋਵੇ ਤਾਂ ਆਪਾਂ ਟੈਗਸ ਦੇ ਵਿੱਚ ਸਟਾਈਲ ਐਟਰੀਬਿਊਟ ਲਿਖਦੇ ਸੀ ਸਟਾਈਲ ਐਟਰੀਬਿਊਟ ਦੇ ਵਿੱਚ ਆਪਾਂ ਕੁਝ ਡਿਫਾਈਨ ਕਰਦੇ ਸੀ ਉਹ ਬੇਸਿਕਲੀ ਕੀ ਚੀਜ਼ਾਂ ਸੀ ਉਹ CSS ਦੀਆਂ ਪ੍ਰੋਪਰਟੀਜ਼ ਓਕੇ ਹੁਣ ਆਪਾਂ ਸਪੈਸ਼ਲੀ ਡੈਡੀਕੇਟਡਲੀ CSS ਦੇ ਬਾਰੇ ਹੀ ਗੱਲ ਕਰਾਂਗੇ ਨਾਓ CSS ਦੀ ਅਗਰ ਗੱਲ ਕਰੀਏ ਤਾਂ ਕੁਝ ਇਦਾਂ ਦਾ ਕੋਡ ਦਿਖੇਗਾ ਅਗਰ ਅਸੀਂ ਅਲੱਗ ਤੋਂ स्टाइल वाली फाइल लिखते हैं या स्टाइल वाला सेक्शन ऐड करते हैं हेड सेक्शन ਦੇ ਵਿੱਚ ਤਾਂ ਸਾਡੇ ਕੋਲ ਇਦਾਂ ਦਾ ਕੁਝ ਦਿਖੇਗਾ ਠੀਕ ਹੈ ਨਾਓ ਡਾਇਰੈਕਟਲੀ ਮੂਵਿੰਗ ਟੂ ਦ ਇੰਟਰੋਡਕਸ਼ਨ ਪਾਰਟ that is now the CSS introduction so CSS basically stands for cascading style sheets again I just want to add here is that I am taking the references from w3schools.com this is one of the popularly used website when it comes to learn the basics of HTML, CSS, JavaScript, PHP and likewise ठीक है ना so ਇਹਨਾਂ ਦੇ basics ਜਦੋਂ ਸਿੱਖਣ ਦੀ ਗੱਲ ਆਉਂਦੀ ਹੈ ਤਾਂ ਇਹ ਵੈਬਸਾਈਟ ਨੂੰ ਕਾਫੀ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ so as far as ਮੈਂ ਸੁਜੈਸਟ ਕਰੂੰਗਾ ਕਿ ਤੁਹਾਨੂੰ ਇਦਾਂ ਦੇ ਕੋਈ ਸੈਪਰੇਟ ਨੋਟਸ ਦੀ ਜ਼ਰੂਰਤ ਵੀ ਨਹੀਂ ਹੈ ਤੁਸੀਂ ਇਦਾਂ ਦੇ ਮਤਲਬ ਇਸ ਵੈਬਸਾਈਟ ਤੋਂ ਜਾ ਕੇ ਸਾਰਾ ਕੁਝ ਦੇਖ ਸਕਦੇ ਹੋ ਐਂਡ ਪ੍ਰੈਕਟਿਸ ਕਰ ਸਕਦੇ ਹੋ ਜਿੰਨਾ ਜ਼ਿਆਦਾ ਪ੍ਰੈਕਟਿਸ ਕਰੋਗੇ ਉਨਾ ਜ਼ਿਆਦਾ ਤੁਹਾਡੀ ਇਹ ਮੈਮਰੀ ਦੇ ਵਿੱਚ ਚੀਜ਼ਾਂ ਜਾਣਗੀਆਂ ਐਂਡ ਤੁਸੀਂ ਉਹਨੂੰ ਉਦਾਂ ਹੀ ਆਪਣੇ ਫਾਈਨਲ ਪੇਪਰਸ ਦੇ ਵਿੱਚ ਪ੍ਰੋਜੈਕਟ ਕਰ ਪਾਓਗੇ ਠੀਕ ਹੈ कि CSS ਦੀ ਅਗਰ ਡੈਫੀਨੇਸ਼ਨ ਦੀ ਗੱਲ ਕਰਦੇ ਸੀ CSS ਦੀ ਫੁੱਲ ਫਾਰਮ ਦੀ ਗੱਲ ਕਰਦੇ ਸੀ that is cascading style sheet so cascading ਦਾ ਮਤਲਬ ਕੀ ਹੈ ਕਿ ਜੋ ਬੇਸਿਕ ਜੋ ਫੀਚਰਸ ਨੇ ਉਹਨਾਂ ਨੂੰ ਓਵਰਰਾਈਡ ਕਰਨਾ ਹੈ ਐਂਡ ਉਹਨਾਂ ਨੂੰ ਇੱਕ ਹੋਰ ਨਵਾਂ ਸਟਾਈਲ ਦੇਣਾ ਠੀਕ ਹੈ ਨਾ CSS basically describes how the HTML elements are going to be displayed on the screen paper or in other media so ਇਹ basically ਇਹ ਦੱਸਦਾ ਹੈ ਕਿ ਜਦੋਂ ਇੱਕ ਕੋਈ HTML ਦਾ ਡਾਕੂਮੈਂਟ ਸਕਰੀਨ ਦੇ ਉੱਪਰ ਖੁੱਲੇਗਾ ਯਾਨੀ ਮੇਰੇ ਲੈਪਟਾਪ ਜਾਂ ਡੈਸਕਟਾਪ ਦੇ ਉੱਪਰ ਖੁੱਲੇਗਾ ਜਾਂ ਮੈਂ ਉਸ ਨੂੰ ਜਦੋਂ ਪ੍ਰਿੰਟ ਦੀ ਕਮਾਂਡ ਦਊਂਗਾ ਤਾਂ ਉਸ ਦੇ ਉੱਪਰ ਸਟਾਈਲ ਕੀ ਲੱਗੇਗਾ ਜਾਂ ਮੈਂ ਮੋਬਾਈਲ ਦੇ ਉੱਪਰ ਖੋਲੂੰਗਾ ਜਾਂ ਆਪਣੇ ਆਈਪੈਡ ਦੇ ਉੱਪਰ ਜਾਂ ਕਿਸੇ ਵੀ ਟੈਬਲੇਟ ਦੇ ਉੱਪਰ ਖੋਲੂੰਗਾ ਤਾਂ ਉੱਥੇ ਮੇਰੇ ਕੋਲ ਕਿੱਦਾਂ ਦੀ ਲੇਆਊਟ ਆਏਗੀ ਇਹ ਮੈਂ ਸਾਰੀ ਚੀਜ਼ਾਂ ਇੱਥੇ ਡਿਫਾਈਨ ਕਰ ਸਕਦਾ CSS ਬੇਸਿਕਲੀ ਸੇਵਸ ਅ ਲੋਟ ਆਫ ਵਰਕ ਠੀਕ ਹੈ ਕਾਫੀ ਕੰਮ ਸੇਵ ਕਰਦੀ ਹੈ ਕਿਉਂਕਿ ਇਸ ਦੇ ਨਾਲ ਜੋ ਡਿਜ਼ਾਈਨਿੰਗ ਪਰਸਪੈਕਟਿਵ ਹੈ ਉਹ ਕਾਫੀ ਚੰਗਾ ਨਿਕਲ ਕੇ ਆਉਂਦਾ ਸੋ ਐਕਸਟਰਨਲ ਜਿਹੜੀਆਂ ਸਟਾਈਲ ਸ਼ੀਟਸ ਨੇ ਉਹਨਾਂ ਨੂੰ ਅਸੀਂ CSS ਫਾਈਲਸ ਦੇ ਵਿੱਚ ਸਟੋਰ ਕਰ ਸਕਦੇ ਹਾਂ ਆਪਾਂ ਇੱਥੇ ਦੇਖਾਂਗੇ ਕਿ ਆਪਾਂ CSS ਨੂੰ ਤਿੰਨ ਤਰੀਕਿਆਂ ਦੇ ਨਾਲ ਇੱਥੇ ਐਡ ਕਰ ਸਕਦੇ ਹਾਂ ਓਕੇ ਐਂਡ ਉਸ ਤੋਂ ਬਾਅਦ ਤੁਸੀਂ ਮਲਟੀਪਲ CSS ਵੀ ਦੇ ਸਕਦੇ ਹੋ ਫॉर एग्जांपल ਇੱਕ ਛੋਟਾ ਜਿਹਾ ਇੱਕ ਡਾਕੂਮੈਂਟ ਐਗਜ਼ਾਮਪਲ ਬਣਾਈ ਹੈ ਇਹਨਾਂ ਨੇ ਅਗਰ ਤੁਸੀਂ ਸਟਾਈਲ ਸ਼ੀਟ 2 ਦਿੰਦੇ ਹੋ ਤਾਂ ਸਟਾਈਲ ਸ਼ੀਟ 2 ਤੇ ਦੇਖੋ ਸਾਰਾ ਪੇਜ ਅਲੱਗ ਹੋ ਗਿਆ 3 ਦਿੰਦੇ ਹੋ ਤਾਂ 3 ਦੇ ਵਿੱਚ ਕੁਝ ਹੋਰ ਲੇਆਊਟ ਆ ਗਈ 4 ਦਿੰਦੇ ਹੋ ਤਾਂ 4 ਦੇ ਵਿੱਚ ਡਿਫਰੈਂਟ ਹੋ ਗਿਆ ਐਂਡ ਅਗਰ ਕੋਈ ਸਟਾਈਲ ਸ਼ੀਟ ਨਹੀਂ ਦਿੰਦੇ ਤਾਂ ਤੁਸੀਂ ਦੇਖ ਪਾਓਗੇ ਕਿ ਬਹੁਤ ਬੇਸਿਕ ਜਿਹਾ ਪੇਜ ਤੁਹਾਡੇ ਕੋਲ ਨਿਕਲ ਗਿਆ okay so ਇਦਾਂ ਤੁਸੀਂ ਇਸ ਨੂੰ ਕੀ ਕਰ ਸਕਦੇ ਹੋ ਦੇਖ ਸਕਦੇ okay now why use CSS ਕਿਉਂ ਯੂਜ਼ ਕਰਨੀ ਚਾਹੀਦੀ CSS is used to define the styles for your web pages including the design layout and the variation in the display for the different devices and the screen sizes okay देखो
ਅੱਜ ਦੇ ਟਾਈਮ ਦੇ ਵਿੱਚ ਜਿੱਥੇ ਕੰਪੀਟੀਸ਼ਨ ਇੰਨਾ ਜ਼ਿਆਦਾ ਵੱਧ ਚੁੱਕਿਆ, ਜਿੱਥੇ ਕਈ ਸਾਰੇ ਟੌਪਿਕਸ ਦੇ ਉੱਪਰ ਕਈ ਸਾਰੀਆਂ ਵੈਬਸਾਈਟਸ ਤੁਹਾਨੂੰ ਇੰਟਰਨੈਟ ਦੇ ਉੱਪਰ ਦੇਖਣ ਨੂੰ ਮਿਲ ਜਾਣਗੀਆਂ, ਉਸ ਕੇਸ ਦੇ ਵਿੱਚ ਉਹਨਾਂ ਟਾਈਮਸ ਦੇ ਵਿੱਚ ਅਗਰ ਅਸੀਂ ਆਪਣੀ ਵੈਬਸਾਈਟ ਨੂੰ ਜਾਂ ਅਸੀਂ ਆਪਣੇ ਜੋ ਵੈਬ ਪਲੇਟਫਾਰਮ ਅਸੀਂ ਬਣਾਇਆ ਉਸ ਨੂੰ ਅਗਰ ਇੰਪਰੂਵ ਨਹੀਂ ਕਰਦੇ ਜਾਂ ਉਹਨੂੰ ਯੂਜ਼ਰ ਐਕਸਪੀਰੀਅੰਸ ਵਾਈਜ਼ ਇੰਪਰੂਵ ਨਹੀਂ ਕਰਦੇ, ਤਾਂ ਜਿਹੜਾ ਸਾਡਾ ਯੂਜ਼ਰ ਹੈ, ਜੋ ਕਸਟਮਰ ਹੈ, ਜੋ ਉਸ ਵੈਬਸਾਈਟ ਤੇ ਆ ਰਿਹਾ, ਉਹ ਉਸ ਨੂੰ ਅਸੀਂ ਹੋਲਡ ਨਹੀਂ ਕਰ ਪਾਵਾਂਗੇ, ਉਸ ਦੀ ਅਸੀਂ ਰਿਟੈਂਸ਼ਨ ਨਹੀਂ ਕਰ ਪਾਵਾਂਗੇ। ਠੀਕ ਹੈ, ਫॉर एग्जांपल ਅਗਰ ਤੁਹਾਨੂੰ ਕੋਈ ਤੁਸੀਂ ਇੱਕ ਵੈਬਸਾਈਟ ਦੇਖ ਰਹੇ ਹੋ ਜਿਹੜੀ ਬਹੁਤ ਸੋਹਣੀ ਲੱਗ ਰਹੀ ਹੈ ਵੈਬਸਾਈਟ ਐਂਡ ਡਿਜ਼ਾਈਨ ਪੱਖੋਂ ਵੀ ਬਹੁਤ ਜ਼ਿਆਦਾ ਉਸ ਤੇ ਕੰਮ ਕੀਤਾ ਗਿਆ, ਐਂਡ ਅਗਰ ਤੁਸੀਂ ਮੋਬਾਈਲ ਤੇ ਖੋਲ ਰਹੇ ਹੋ ਤਾਂ ਬਿਲਕੁਲ ਮੋਬਾਈਲ ਦੇ ਅਕੋਰਡਿੰਗਲੀ ਕੰਪੈਕਟ ਹੋ ਰਹੀ ਹੈ। ਠੀਕ ਹੈ, ਅਗਰ ਤੁਸੀਂ ਉਸ ਨੂੰ ਡੈਸਕਟਾਪ ਤੇ ਖੋਲ ਰਹੇ ਹੋ ਤਾਂ ਡੈਸਕਟਾਪ ਦੇ ਅਕੋਰਡਿੰਗਲੀ ਕੰਪੈਕਟ ਹੈ। ਓਕੇ, ਐਂਡ ਸੇਮ ਵਾਈਜ਼ ਲੈਪਟਾਪ, ਟੈਬਲੇਟ, ਜਿੰਨੀਆਂ ਵੀ ਡਿਵਾਈਸਿਸ ਦੇ ਉੱਪਰ ਖੋਲ ਰਹੇ ਹੋ ਉਹ ਡਿਵਾਈਸ ਦੇ ਅਕੋਰਡਿੰਗਲੀ ਆਪਣੇ ਆਪ ਨੂੰ ਅਡੈਪਟ ਕਰ ਰਹੀ ਹੈ, ਰਿਸਪੌਂਸਿਵ ਹੈ। ਠੀਕ ਹੈ, ਅਗਰ ਇਹ ਚੀਜ਼ਾਂ ਇਨਕਲੂਡਡ ਨੇ ਦੈਟ ਮੀਨਸ ਤੁਹਾਡਾ ਜਿਹੜਾ ਯੂਜ਼ਰ ਹੈ ਉਸ ਨੂੰ ਚੰਗਾ ਲੱਗੇਗਾ, ਉਸ ਨੂੰ ਇਹ ਲੱਗੇਗਾ ਕਿ ਇਹ ਜੋ ਮੈਂ ਮੋਬਾਈਲ ਤੇ ਵੈਬਸਾਈਟ ਖੋਲ ਰਿਹਾ ਇਹ ਮੇਰੇ ਮੋਬਾਈਲ ਲਈ ਬਣੀ ਹੈ, ਅਗਰ ਮੈਂ ਡੈਸਕਟਾਪ ਤੇ ਖੋਲ ਰਿਹਾ ਤਾਂ ਮੇਰੇ ਡੈਸਕਟਾਪ ਲਈ ਬਣੀ ਹੈ। ਬਟ ਅਗਰ ਤੁਸੀਂ ਬਹੁਤ ਬੇਸਿਕ ਜਿਹਾ ਕੰਟੈਂਟ ਯੂਜ਼ਰ ਨੂੰ ਦੇ ਦੋਗੇ ਤਾਂ ਯੂਜ਼ਰ ਨਾ ਤਾਂ ਆਪਣੇ ਆਪ ਨੂੰ ਉਸ ਚੀਜ਼ ਨਾਲ ਰਿਲੇਟ ਕਰੇਗਾ, ਠੀਕ ਹੈ, ਨਾ ਉਸ ਨੂੰ ਕੋਈ ਉਸ ਚੀਜ਼ 'ਚ ਇੰਟਰਸਟ ਆਏਗਾ, ਨਾ ਤੁਸੀਂ ਉਸ ਦੀ ਅਟੈਂਸ਼ਨ ਡਰਾ ਕਰ ਸਕੋਗੇ। ਸੋ ਇਸ ਕਰਕੇ ਤੁਸੀਂ ਅਲਟੀਮੇਟਲੀ ਜਿਹੜੇ ਕਸਟਮਰ ਨੇ ਜਾਂ ਤੁਹਾਡਾ ਯੂਜ਼ਰ ਹੈ ਉਸ ਨੂੰ ਲੂਜ਼ ਕਰਨਾ। ਠੀਕ ਹੈ, ਦੇਖੋ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਤਾਂ ਹੁੰਦੀ ਹੈ ਫੰਕਸ਼ਨੈਲਿਟੀ। ਅਗਰ ਕਿਸੇ ਵੀ ਵੈਬ ਐਪਲੀਕੇਸ਼ਨ ਦੇ ਵਿੱਚ ਅਗਰ ਤੁਸੀਂ ਕੋਈ ਫੰਕਸ਼ਨੈਲਿਟੀ ਦੇ ਰਹੇ ਹੋ ਉੱਥੇ ਤੁਸੀਂ ਡਿਜ਼ਾਈਨ ਦੇ ਨਾਲ ਕੰਪਰੋਮਾਈਜ਼ ਥੋੜਾ ਬਹੁਤਾ ਕਰ ਸਕਦੇ ਹੋ। ਠੀਕ ਹੈ, ਬਟ ਅਗਰ ਜਿੱਥੇ ਤੁਸੀਂ ਸਿਰਫ ਤੇ ਸਿਰਫ ਇਨਫੋਰਮੇਸ਼ਨ ਦੇ ਰਹੇ ਹੋ, ਠੀਕ ਹੈ, ਇੱਕ ਵੈਬਸਾਈਟ ਹੈ ਜਸਟ, ਠੀਕ ਹੈ ਨਾ, ਉਹ ਐਪਲੀਕੇਸ਼ਨ ਨਹੀਂ ਹੈ, ਉਹ ਵੈਬਸਾਈਟ ਹੈ, ਉੱਥੇ ਤੁਸੀਂ ਜ਼ਿਆਦਾ ਕੁਝ ਨਹੀਂ ਕਰਦੇ, ਠੀਕ ਹੈ ਨਾ, ਐਂਡ ਉੱਥੇ ਸਿਰਫ ਤੁਸੀਂ ਕੰਟੈਂਟ ਦੇ ਰਹੇ ਹੋ, ਇਨਫੋਰਮੇਸ਼ਨ ਦੇ ਰਹੇ ਹੋ, ਤਾਂ ਉੱਥੇ ਕਈ ਚੀਜ਼ਾਂ ਦੇ ਉੱਪਰ ਕੰਮ ਕਰਨ ਦੀ ਜ਼ਰੂਰਤ ਹੋ ਜਾਂਦੀ ਹੈ। ਫॉर एग्जांपल ਤੁਹਾਡਾ ਟੈਕਸਟ ਕਿੱਦਾਂ ਡਿਸਪਲੇ ਹੋਏ, ਤੁਹਾਡੇ ਟੈਕਸਟ ਦੇ ਵਿੱਚ ਜੋ ਬੈਕਗ੍ਰਾਉਂਡ ਕਲਰ ਹੈ ਉਹ ਕਿੱਦਾਂ ਦਾ ਹੋਏ, ਉਸ ਤੋਂ ਬਾਅਦ ਜੋ ਇਮੇजेस ਨਿਕਲ ਕੇ ਆ ਰਹੀਆਂ, ਜੋ ਗੈਲਰੀਜ਼ ਨਿਕਲ ਕੇ ਆ ਰਹੀਆਂ ਨੇ ਉਹ ਕਿੰਨੀ ਕੁ ਇਫੈਕਟਿਵ ਵੇ ਦੇ ਨਾਲ ਆਪਣਾ ਜੋ ਕੰਟੈਂਟ ਹੈ, ਆਪਣੀ ਜੋ ਇਨਫੋਰਮੇਸ਼ਨ ਹੈ ਉਸ ਨੂੰ ਕਨਵੇ ਕਰ ਰਹੀਆਂ ਨੇ। ਸੋ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਜ਼ਰੂਰੀ ਹੋ ਜਾਂਦੀਆਂ, ਖਾਸ ਕਰਕੇ ਉਦੋਂ ਜਦੋਂ ਤੁਹਾਡੇ ਕੋਲ ਕੋਈ ਵੈਬ ਐਪਲੀਕੇਸ਼ਨ ਨਾ ਹੋ, ਰਾਦਰ ਇੱਕ ਵੈਬਸਾਈਟ ਹੋ। ਠੀਕ ਹੈ, ਉਸ ਤੋਂ ਬਾਅਦ CSS ਨੇ ਕਾਫੀ ਪ੍ਰੋਬਲਮਸ ਨੂੰ ਸੋਲਵ ਕੀਤਾ। ਠੀਕ ਹੈ, ਫॉर एग्जांपल HTML was never intended to contain the tags for formatting a web page। HTML ਦੇ ਵਿੱਚ ਜਿੰਨੇ ਵੀ ਟੈਗਸ ਮਿਲੇ ਨੇ ਸਾਨੂੰ, ਉਹਨਾਂ ਦੇ ਵਿੱਚ ਕੁਝ ਟੈਗਸ ਨੇ ਜੋ ਬਿਲਕੁਲ ਬੇਸਿਕ ਫਾਰਮੈਟਿੰਗ ਸਾਨੂੰ ਦਿੰਦੇ ਨੇ, ਬੇਸਿਕ ਫਾਰਮੈਟਿੰਗ। ਫॉर एग्जांपल H1, ਸੋ ਅਗਰ ਗੱਲ ਕਰੀਏ ਆਪਾਂ H1 ਦੀ ਹੈਡਿੰਗ ਟੈਗ ਦੀ, ਸੋ ਹੈਡਿੰਗ ਟੈਗ ਦੇ ਵਿੱਚ ਤੁਸੀਂ ਦੇਖੋਗੇ H1 to H6 ਅਗਰ ਆਪਾਂ ਜਾਣਦੇ ਆ ਤਾਂ ਆਪਣੇ ਕੋਲ ਫੌਂਟ ਸਾਈਜ਼ ਆਟੋਮੈਟਿਕਲੀ ਡਿਕਰੀਜ਼ ਹੁੰਦਾ, ਬਸ ਇੰਨਾ ਹੀ, ਇਸ ਤੋਂ ਜ਼ਿਆਦਾ ਨਹੀਂ। ਪੈਰਾਗ੍ਰਾਫ ਦੇ ਵਿੱਚ ਕੀ ਹੈ, ਉਹ ਪੈਰਾਗ੍ਰਾਫ ਦੀ ਸ਼ੇਪ ਦੇ ਵਿੱਚ ਦੇ ਦਿੰਦਾ, ਇਸ ਤੋਂ ਜ਼ਿਆਦਾ ਨਹੀਂ। ਠੀਕ ਹੈ, ਇਸ ਤੋਂ ਜ਼ਿਆਦਾ ਮੈਕਸਿਮਮ ਤੋਂ ਮੈਕਸਿਮਮ ਕੀ ਕਰ ਸਕਦੇ ਹੋ ਤੁਸੀਂ, ਉਸ ਨੂੰ ਅਲਾਈਨ ਕਰ ਸਕਦੇ ਹੋ, ਸੈਂਟਰ, ਰਾਈਟ, ਜਸਟੀਫਾਈਡ, ਓਕੇ, ਐਂਡ ਲੈਫਟ, ਇਹ ਤੁਸੀਂ ਅਲਾਈਨਮੈਂਟ ਇਹਨਾਂ ਦੀ ਕਰ ਸਕਦੇ ਹੋ। ਇਸ ਤੋਂ ਬਾਅਦ ਅਗਰ ਤੁਸੀਂ ਹੈਡਿੰਗ ਦੇ ਅੰਦਰ ਕੋਈ ਫੌਂਟ ਚੇਂਜ ਕਰਨਾ ਹੈ ਜਾਂ ਉਸ ਨੂੰ ਕੋਈ ਬਾਰਡਰ ਦੇਣਾ ਹੈ ਜਾਂ ਉਸ ਨੂੰ ਕੋਈ ਕਲਰ ਦੇਣਾ ਹੈ, ਇਹ ਸਾਰੀਆਂ ਚੀਜ਼ਾਂ ਕੌਣ ਕਰੇਗਾ, CSS ਕਰੇਗਾ। तो प्लीज याद रखियो HTML ਨੂੰ ਕਦੇ ਵੀ ਫਾਰਮੈਟਿੰਗ ਦੇ ਪਰਪਸ ਨਾਲ ਡਿਜ਼ਾਈਨ ਨਹੀਂ ਕੀਤਾ ਗਿਆ ਸੀ। HTML ਨੂੰ ਸਿਰਫ ਡਿਜ਼ਾਈਨ ਕੀਤਾ ਗਿਆ ਸੀ ਤਾਂ ਕਿ ਉਸ ਨੂੰ ਵੈਬ ਪੇਜ ਦੇ ਉੱਪਰ ਅਸੀਂ ਕੋਈ ਨਾ ਕੋਈ ਕੰਟੈਂਟ ਡਿਸਪਲੇ ਕਰ ਸਕੀਏ। ਠੀਕ ਹੈ, ਹਾਲਾਂਕਿ HTML ਦੇ ਪੁਰਾਣੇ ਵਰਜ਼ਨਸ ਦੇ ਵਿੱਚ ਇੱਕ ਫੌਂਟ ਟੈਗ ਜ਼ਰੂਰ ਆਇਆ ਸੀ ਜਿਹੜਾ ਕਾਫੀ ਕੁਝ ਕਰ ਸਕਦਾ ਸੀ, ਲਾਈਕ ਫੌਂਟ ਦਾ ਸਾਈਜ਼ ਚੇਂਜ ਕਰਨਾ, ਫੌਂਟ ਦਾ ਕਲਰ ਚੇਂਜ ਕਰਨਾ, ਫੌਂਟ ਦੀ ਟਾਈਪ ਚੇਂਜ ਕਰਨੀ, ਬਟ ਇਹ ਡਿਵੈਲਪਰਸ ਦੇ ਲਈ ਕਾਫੀ ਚੰਗਾ ਐਕਸਪੀਰੀਅੰਸ ਨਹੀਂ ਰਿਹਾ। ਠੀਕ ਹੈ, ਕਿਉਂਕਿ ਜਦੋਂ ਲਾਰਜ ਵੈਬਸਾਈਟਸ, ਕਾਫੀ ਵੱਡੀਆਂ ਵੈਬਸਾਈਟਸ ਨੂੰ ਡਿਵੈਲਪ ਕਰਦੇ ਸੀ, where the fonts and the color information were added to every single page, became a long and expensive process। ਜਿੱਥੇ ਕਾਫੀ ਸਾਰੇ ਫੌਂਟਸ ਚੇਂਜ ਕਰਨੇ ਸੀ, ਕਾਫੀ ਸਾਰੀਆਂ ਜਗ੍ਹਾਵਾਂ ਤੇ ਉਹ ਚੇਂਜ ਕਰਨੇ ਸੀ, ਤਾਂ ਉੱਥੇ ਹਰ ਇੱਕ ਜਗ੍ਹਾ ਤੇ ਫੌਂਟ ਟੈਗ ਇਨਕਲੂਡ ਕਰਨਾ ਪੈਂਦਾ ਸੀ। ਬਟ CSS ਦੇ ਵਿੱਚ ਕੀ ਹੈ, CSS ਦੇ ਵਿੱਚ ਕਲਾਸਿਸ ਨੇ, IDs ਨੇ, ਓਕੇ, ਸੋ ਕਲਾਸਿਸ ਐਂਡ IDs ਬਾਰੇ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ HTML ਦੇ ਵਿੱਚ। ਹੁਣ ਆਪਾਂ ਇੱਥੇ ਦੇਖਾਂਗੇ ਕਿ ਉਹਨਾਂ ਕਲਾਸਿਸ ਤੇ IDs ਨੂੰ ਯੂਜ਼ ਕਰਕੇ ਅਸੀਂ ਐਜ਼ ਅ ਡਿਵੈਲਪਰ ਆਪਣੀ ਲਾਈਫ ਕਿੰਨੀ ਈਜ਼ੀ ਕਰ ਸਕਦੇ ਹਾਂ। ਠੀਕ ਹੈ, ਨਾਓ CSS ਨੂੰ ਬਣਾਇਆ ਕਿਸਨੇ ਹੈ, ਕਿਹੜੀ ਆਰਗੇਨਾਈਜੇਸ਼ਨ ਇਸ ਦੇ ਪਿੱਛੇ ਆ, ਦੈਟ ਇਜ਼ ਵਰਲਡ ਵਾਈਡ ਵੈਬ ਕੰਸੋਰਟੀਅਮ, ਜੋ HTML ਦੇ ਪਿੱਛੇ W3C। ਸੋ ਪਲੀਜ਼ ਇਸ ਦੀ ਫੁੱਲ ਫਾਰਮ ਨੋਟ ਕਰ ਲਓ, ਦੈਟ ਇਜ਼ ਵਰਲਡ ਵਾਈਡ ਵੈਬ ਕੰਸੋਰਟੀਅਮ। ਓਕੇ, ਕੰਸੋਰਟੀਅਮ ਮੀਨਸ ਐਨ ਆਰਗੇਨਾਈਜੇਸ਼ਨ। ਸੋ फाइनली कंक्लूड करते हैं जी दैट CSS saves a lot of work। CSS ਦੇ ਨਾਲ ਅਸੀਂ ਜਿੰਨੀਆਂ ਵੀ ਸਟਾਈਲ ਡੈਫੀਨੇਸ਼ਨਸ ਨੇ ਉਹ ਸਾਰੀਆਂ ਅਸੀਂ ਇਸ ਫਾਈਲ ਦੇ ਵਿੱਚ ਲਿਖਾਂਗੇ। HTML ਨੂੰ ਅਸੀਂ ਸਿਰਫ ਕੰਟੈਂਟ ਡਿਸਪਲੇ ਕਰਨ ਦੇ ਲਈ ਰੱਖਾਂਗੇ। ਓਕੇ,
ਹੁਣ ਤੋਂ ਬਾਅਦ ਜਿੰਨਾ ਵੀ ਅਸੀਂ ਕੰਮ ਕਰਾਂਗੇ ਉਹ ਸਾਰਾ ਜਿਹੜਾ HTML ਦਾ ਕੰਮ ਹੈ ਉਹ HTML ਦਾ ਕੰਮ ਸਿਰਫ ਉਹਨਾਂ ਕੀ ਹੋਏਗਾ ਕਿ ਉਹ ਕੰਟੈਂਟ ਡਿਸਪਲੇ ਕਰੇ। CSS ਦਾ ਕੰਮ ਹੋਏਗਾ ਕਿ ਜਿਹੜਾ ਉਹ ਕੰਟੈਂਟ ਹੈ ਉਸ ਦੇ ਵਿੱਚ ਜਿੰਨਾ ਵੀ ਡਿਜ਼ਾਈਨਿੰਗ ਐਲੀਮੈਂਟ ਹੈ ਉਹ ਕੌਣ ਕਰੇਗਾ? CSS ਕਰੇਗਾ। ਓਕੇ, ਨਾउ ਕਮ ਟੂ ਦ ਸਿੰਟੈਕਸ ਪਾਰਟ। ਸੋ ਸਿੰਟੈਕਸ ਪਾਰਟ ਦੇ ਵਿੱਚ ਸਮਝਣਾ ਥੋੜਾ ਜ਼ਿਆਦਾ ਜ਼ਰੂਰੀ ਹੈ ਇਸ ਨੂੰ। ਦੇਖੋ ਪਹਿਲੀ ਗੱਲ ਤਾਂ ਇਹ ਕਿ ਜਿਹੜੀ ਇਹ ਐਗਜ਼ਾਮਪਲ ਮੈਂ ਲੈ ਰਿਹਾ, ਠੀਕ ਹੈ, ਆਹ ਵਾਲੀ ਐਗਜ਼ਾਮਪਲ ਹੈ ਜਿੱਥੇ ਆਪਾਂ ਇਸ ਨੂੰ ਐਕਸਪਲੇਨ ਕਰ ਰਹੇ ਹਾਂ। ਨਾउ ਦਿਸ ਐਗਜ਼ਾਮਪਲ is from the case where the CSS has been included either using the internal method or the external method। ਇਹ ਐਗਜ਼ਾਮਪਲ ਕਿੱਥੋਂ ਲੈ ਰਹੇ ਹਾਂ ਆਪਾਂ, ਕਿਹੜੇ ਕੇਸ 'ਚ ਲੈ ਰਹੇ ਹਾਂ? ਜਦੋਂ CSS ਜਾਂ ਤਾਂ ਇੰਟਰਨਲ ਮੈਥਡ 'ਚ ਇਨਕਲੂਡ ਹੋਏਗੀ ਜਾਂ ਐਕਸਟਰਨਲ ਮੈਥਡ 'ਚ ਇਨਕਲੂਡ ਹੋਏਗੀ, ਠੀਕ ਹੈ। ਸੋ ਇਸ ਨੂੰ ਸਿੰਟੈਕਸ ਨੂੰ ਸਮਝਣ ਤੋਂ ਪਹਿਲਾਂ ਅਸੀਂ ਇਹ ਸਮਝਦੇ ਹਾਂ ਕਿ ਅਸੀਂ CSS ਨੂੰ ਐਡ ਕਿੱਦਾਂ ਕਰਨਾ ਹੈ, ਕਿਹੜੇ ਮੈਥਡ, ਠੀਕ ਹੈ। ਸੋ ਉਸ ਦੇ ਲਈ ਮੈਂ ਵਿਜ਼ੂਅਲ ਸਟੂਡੀਓ ਕੋਡ ਨਾਲ ਓਪਨ ਕਰ ਲੈਣਾ, ਠੀਕ ਹੈ, ਤਾਂ ਕਿ ਤੁਹਾਨੂੰ ਈਜ਼ੀਲੀ ਸਮਝ ਆ ਸਕਣ ਚੀਜ਼ਾਂ। ਸੋ ਵਾਂਸ ਅਗੇਨ ਇਹਨਾਂ ਸਾਰਿਆਂ ਨੂੰ ਆਪਾਂ ਕਲੋਜ਼ ਕਰ ਦਿੰਦੇ ਹਾਂ। ਓਕੇ, ਐਂਡ ਇੱਥੇ ਅਸੀਂ ਇੱਕ ਨਵੀਂ ਫਾਈਲ ਕ੍ਰੀਏਟ ਕਰਦੇ ਹਾਂ ਐਂਡ ਉਸ ਨੂੰ ਸੇਵ ਕਰਦੇ ਹਾਂ, that is css example.html। ਐਂਡ ਅਗੇਨ ਇਸ ਨੂੰ ਜਿਹੜਾ ਸਾਡਾ IWT ਵਾਲਾ ਫੋਲਡਰ ਸੀ ਉਸੇ ਦੇ ਵਿੱਚ ਪਲੇਸ ਕਰ ਲੈਂਦੇ ਹਾਂ। ਓਕੇ, ਸੇਵ ਕਰਦੇ ਹਾਂ। ਦੈਨ ਉਸ ਤੋਂ ਬਾਅਦ HTML ਐਂਡ ਦੈਨ ਫਾਈਨਲੀ ਆਪਣੇ ਕੋਲ ਕੋਡ ਆ ਗਿਆ। ਦੈਨ ਇੱਥੇ CSS ਲਿਖਦੇ ਆਪਾਂ how to include CSS। ਨਾਓ ਇੱਕ ਚੀਜ਼ ਹੋਰ ਰਾਜੀ, ਜਿਨ੍ਹਾਂ ਕੋਲ ਸਿਸਟਮ ਪੁਰਾਣੀ ਕਨਫੀਗਰੇਸ਼ਨਸ ਦੇ ਨੇ, ਮਤਲਬ ਜੋ ਪੁਰਾਣੇ ਸਿਸਟਮ ਨੇ ਜਿਨ੍ਹਾਂ ਦੇ ਉੱਪਰ ਵਿੰਡੋਜ਼ 10 ਜਾਂ ਵਿੰਡੋਜ਼ 8 ਜਾਂ ਲੇਟੈਸਟ ਆਪਰੇਟਿੰਗ ਸਿਸਟਮਸ ਨਹੀਂ ਕੰਮ ਕਰ ਰਹੇ, ਤੇ ਅਗਰ ਤੁਹਾਨੂੰ ਕੋਈ ਵਿਜ਼ੂਅਲ ਸਟੂਡੀਓ ਕੋਡ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਮੈਂ ਦੁਬਾਰਾ ਮੈਂਸ਼ਨ ਕਰਨਾ ਚਾਹੂੰਗਾ ਕਿ ਕੱਲਾ ਵਿਜ਼ੂਅਲ ਸਟੂਡੀਓ ਕੋਡ ਹੀ ਇੱਕ ਐਡੀਟਰ ਨਹੀਂ ਹੈ। ਤੁਸੀਂ ਹੋਰ ਬਹੁਤ ਤਰ੍ਹਾਂ ਦੇ ਐਡੀਟਰ ਨੇ ਜਿਹੜੇ ਲਾਈਟ ਵੇਟ ਐਡੀਟਰ ਨੇ, ਉਹ ਵੀ ਯੂਜ਼ ਕਰ ਸਕਦੇ ਹੋ। ਫॉर एग्जांपल ਐਟਮ ਹੈ, ਐਟਮ ਇਜ਼ ਐਨ ਐਡੀਟਰ ਜਿਹੜਾ ਕਿ ਅਗੇਨ ਫ੍ਰੀਲੀ ਅਵੇਲੇਬਲ ਹੈ, ਤੁਸੀਂ ਇਸ ਨੂੰ ਯੂਜ਼ ਕਰ ਲਓ, ਠੀਕ ਹੈ, ਇਸ ਨੂੰ ਵੀ ਯੂਜ਼ ਕਰ ਸਕਦੇ ਹੋ। ਐਂਡ ਉਸ ਤੋਂ ਬਾਅਦ ਸਬਲਾਈਨ, ਠੀਕ ਹੈ, ਸਬਲਾਈਨ ਅਗੇਨ ਇਹ ਵੀ ਬਹੁਤ ਇੱਕ ਬੇਸਿਕ ਜਿਹਾ ਐਡੀਟਰ ਹੈ ਐਂਡ ਕਾਫੀ ਲਾਈਟ ਵੇਟ ਹੈ, ਕੋਈ ਇਦਾਂ ਦੀ ਦਿੱਕਤ ਵਾਲੀ ਗੱਲ ਨਹੀਂ ਹੈ, ਸਾਰਾ ਕੰਮ ਕਰ ਸਕੋਗੇ, ਇੱਥੇ ਕੋਈ ਇਦਾਂ ਦਾ ਕੋਈ ਇਸ਼ੂ ਨਹੀਂ ਹੈ, ਠੀਕ ਹੈ। ਸੋ ਐਂਡ ਇਸ ਤੋਂ ਬਾਅਦ ਵੀ ਅਗਰ ਹੋਰ ਤੁਸੀਂ ਕੁਝ ਯੂਜ਼ ਕਰਨਾ ਚਾਹੁੰਦੇ ਹੋ ਤਾਂ ਜੀਨੀ ਐਡੀਟਰ ਹੈ, ਤੁਸੀਂ ਜੀਨੀ ਐਡੀਟਰ ਯੂਜ਼ ਕਰ ਸਕਦੇ ਹੋ। ਇਹ ਅਗੇਨ ਲਾਈਟ ਵੇਟ ਐਡੀਟਰ ਹੈ, ਤੁਸੀਂ ਇਸ ਨੂੰ ਵੀ ਯੂਜ਼ ਕਰ ਸਕਦੇ ਹੋ, ਠੀਕ ਹੈ। ਹਾਲਾਂਕਿ ਆਪਸ ਦੇ ਵਿੱਚ ਐਡੀਟਰਸ ਦੇ ਵਿੱਚ ਫਰਕ ਹੁੰਦਾ ਹੈਗਾ, ਹਰ ਇੱਕ ਐਡੀਟਰ ਦਾ ਆਪਣੀ ਫੰਕਸ਼ਨੈਲਿਟੀ ਹੈ, ਬਟ ਇਹ ਤੁਹਾਡਾ ਪਰਪਸ ਸੋਲਵ ਕਰ ਦੇਗਾ। ਸੋ ਪਲੀਜ਼ ਕੱਲਾ ਵਿਜ਼ੂਅਲ ਸਟੂਡੀਓ ਕੋਡ ਤੇ ਰਿਸਟ੍ਰਿਕਟਡ ਨਾ ਰਹੋ, ਠੀਕ ਹੈ। ਨਾਓ ਇਨ CSS ਨੂੰ ਇਨਕਲੂਡ ਕਰਨ ਦੇ ਮੈਥਡ, ਠੀਕ ਹੈ। ਸੋ CSS ਨੂੰ ਇਨਕਲੂਡ ਕਰਨ ਦੇ ਮੈਥਡ ਮੈਂ ਦੱਸਦਾ ਇੱਥੇ। ਸਭ ਤੋਂ ਪਹਿਲਾਂ ਆਪਾਂ ਇੱਕ ਪੈਰਾਗ੍ਰਾਫ ਕ੍ਰੀਏਟ ਕਰ ਲੈਂਦੇ ਹਾਂ। ਸੋ ਵਾਂਸ ਅਗੇਨ ਪੈਰਾਗ੍ਰਾਫ ਦੇ ਵਿੱਚ ਮੈਂ ਕੀ ਲਿਖੂੰਗਾ? ਲੌਰਮ ਇਪਸਮ। ਓਕੇ, ਸੋ ਲੌਰਮ ਇਪਸਮ ਲਿਖਣ ਤੋਂ ਬਾਅਦ ਉਸ ਤੋਂ ਬਾਅਦ ਮੈਂ ਅਗੇਨ ਇੱਕ ਪੈਰਾਗ੍ਰਾਫ ਕ੍ਰੀਏਟ ਕਰ ਲੈਣਾ। ਅਗੇਨ ਇਸ ਦੇ ਵਿੱਚ ਮੈਂ ਕੀ ਲਿਖੂੰਗਾ? ਲੌਰਮ ਇਪਸਮ, ਠੀਕ ਹੈ। ਐਂਡ ਉਸ ਤੋਂ ਬਾਅਦ ਅਗੇਨ ਮੈਂ ਇੱਕ ਪੈਰਾਗ੍ਰਾਫ ਕ੍ਰੀਏਟ ਕਰ ਲੈਣਾ। ਅਗੇਨ ਮੈਂ ਇਸ ਦੇ ਵਿੱਚ ਕੀ ਲਿਖਦਾ? ਲੌਰਮ ਇਪਸਮ, ਠੀਕ ਹੈ। ਹੁਣ ਇਹਨਾਂ ਦੇ ਵਿੱਚ ਥੋੜੀ ਜਿਹੀ ਮੈਨੂੰ ਸਪੇਸ ਚਾਹੀਦੀ ਹੈ ਤਾਂ ਸਪੇਸ ਦੇ ਲਈ ਮੈਂ ਐਡ ਕਰੂੰਗਾ ਬ੍ਰੇਕ ਟੈਗ ਐਂਡ ਦੈਨ ਅਗੇਨ ਬ੍ਰੇਕ ਟੈਗ ਐਂਡ ਦੈਨ ਇੱਥੇ ਮੈਨੂੰ ਜ਼ਰੂਰਤ ਨਹੀਂ ਹੈ। ਓਕੇ, ਨਾਓ ਡਾਇਰੈਕਟਲੀ ਮੂਵ ਕਰਦੇ ਹਾਂ ਆਪਾਂ ਆਪਣੇ ਫੋਲਡਰ ਤੇ ਜਿੱਥੇ ਆਪਣੀ ਫਾਈਲ ਆਪਾਂ ਪਲੇਸ ਕੀਤੀ ਹੋਈ ਹੈ। ਸੋ ਜਸਟ ਅ ਸੈਕਿੰਡ। ਨਾਓ ਆਪਣੇ ਕੋਲ ਇੱਥੇ ਆ ਗਈ ਆਪਣੀ CSS ਐਗਜ਼ਾਮਪਲ। ਇਸ ਨੂੰ ਓਪਨ ਕਰਦੇ ਆਪਾਂ ਗੂਗਲ ਕ੍ਰੋਮ ਦੇ ਵਿੱਚ। ਸੋ ਬੇਸਿਕ ਜੀ ਚੀਜ਼ ਆਪਣੇ ਕੋਲ ਇੱਥੇ ਨਿਕਲ ਕੇ ਆ ਗਈ। ਆਪਣੇ ਕੋਲ 3 ਪੈਰਾਗ੍ਰਾਫਸ ਆਪਾਂ ਦੇਖ ਚੁੱਕੇ, ਠੀਕ ਹੈ ਜੀ। ਨਾਓ ਇਸ ਤੋਂ ਬਾਅਦ ਅਸੀਂ ਇਸ ਦੇ ਉੱਪਰ CSS ਅਪਲਾਈ ਕਰਨੀ ਹੈ। CSS ਅਪਲਾਈ ਕਰਨ ਦੇ ਲਈ 3 ਮੈਥਡ ਹੁੰਦੇ ਨੇ, ਠੀਕ ਹੈ। ਜੋ ਸਭ ਤੋਂ ਪਹਿਲਾ ਮੈਥਡ ਮੈਂ ਡਿਸਕਸ ਕਰ ਰਿਹਾ ਦੈਟ ਇਜ਼ ਕਾਲਡ ਇਨਲਾਈਨ ਮੈਥਡ, ਠੀਕ ਹੈ। ਸੋ ਕਿਹੜਾ ਮੈਥਡ ਹੁੰਦਾ ਜੀ? ਇਨਲਾਈਨ ਮੈਥਡ। ਸੋ ਆਹ ਵਾਲਾ ਮੈਥਡ। ਸੋ ਮੈਂ ਨੀਚੋਂ ਮੂਵ ਕਰ ਰਿਹਾ ਇਨਲਾਈਨ ਮੈਥਡ। ਨਾਓ ਇਨਲਾਈਨ ਮੈਥਡ ਦੇ ਵਿੱਚ ਕੀ ਕਰੂੰਗਾ ਮੈਂ? ਜਿਹੜਾ ਵੀ ਮੇਰਾ ਟੈਗ ਹੈ, ਫॉर एग्जांपल दिस p टैग, नाउ p टैग ਦੇ ਵਿੱਚ ਜਾ ਕੇ ਮੈਂ ਸਟਾਈਲ ਐਟਰੀਬਿਊਟ ਦਊਂਗਾ। ਸੋ ਸਟਾਈਲ ਇਕੁਅਲਸ ਟੂ ਇੱਥੇ ਮੈਂ ਜੋ ਵੀ ਡਿਫਾਈਨ ਕਰਨਾ ਮੈਂ ਇੱਥੇ ਡਿਫਾਈਨ ਕਰੂੰਗਾ। ਫॉर एग्जांपल ਮੈਂ ਇੱਥੇ ਕਲਰ ਡਿਫਾਈਨ ਕਰਨਾ ਤਾਂ ਮੈਂ ਕਲਰ ਡਿਫਾਈਨ ਕਰੂੰਗਾ। ਸੋ ਫਿਲਹਾਲ ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਕਿ ਇਹ ਕਲਰ ਹੁੰਦਾ ਹੈ ਜਾਂ ਹੋਰ ਕਿਹੜੇ ਐਟਰੀਬਿਊਟਸ ਹੁੰਦੇ ਨੇ ਇਸ ਦੇ ਵਿੱਚ। ਨਹੀਂ, ਇੱਥੇ ਕੋਈ ਇਦਾਂ ਦੀ ਕੋਈ ਪ੍ਰੋਪਰਟੀਜ਼ ਜਾਂ CSS ਦੀ ਜਿਹੜੀਆਂ ਹੋਰ ਪ੍ਰੋਪਰਟੀਜ਼ ਨੇ
ਸੋ ਉਹ ਸਾਰੀਆਂ ਪ੍ਰੋਪਰਟੀਜ਼ 1 ਬਾय 1 ਡਿਸਕਸ ਕਰਾਂਗੇ। ਫਿਲਹਾਲ ਇਸ ਪਾਰਟਿਕੂਲਰ ਐਗਜ਼ਾਮਪਲ ਦੇ ਵਿੱਚ ਮੈਂ ਤੁਹਾਨੂੰ ਇਹੀ ਦੱਸ ਰਿਹਾ ਕਿ CSS ਨੂੰ ਐਡ ਕਰਨ ਦੇ ਲਈ ਕਿਹੜੇ-ਕਿਹੜੇ ਮੈਥਡਸ, ਠੀਕ ਹੈ। ਸੋ ਫॉर एग्जांपल ਕਲਰ ਹੈ, ਕਲਰ ਮੈਂ ਇਸ ਨੂੰ ਕੁਝ ਵੀ ਦੇ ਦਿੰਦਾ, ਫॉर एग्जांपल ਬਲੂ ਵਾਇਲਟ ਕਲਰ ਦੇਤਾ ਮੈਂ ਇੱਥੇ, ਠੀਕ ਹੈ। ਇਦਾਂ ਹੀ ਤੁਸੀਂ ਇਸ ਨੂੰ ਵੀ ਕਲਰ ਦੇ ਸਕਦੇ ਹੋ। ਸੋ ਫॉर एग्जांपल ਸਟਾਈਲ, ਉਸ ਤੋਂ ਬਾਅਦ ਇਸ ਨੂੰ ਕਲਰ ਦੇ ਦਿਓ, ਠੀਕ ਹੈ। ਕਲਰ ਦੇ ਵਿੱਚ ਇਸ ਨੂੰ ਕਿਹੜਾ ਕਲਰ ਦੇਵੋਗੇ, ਲੈਟਸ ਸੇ ਕੋਰਲ ਕਲਰ, ਠੀਕ ਹੈ। नीचे वाले मैं कलर नहीं दे रहा, मैं नीचे वाले मैं कुछ होर करना चाहना, मैं इत्थे बॉर्डर ऐड करना चाहना, सो मैं बॉर्डर ऐड कर सकना, कितना 1 पिक्सल दा सॉलिड, ठीक है। सो ये सारी चीज़ आप डिस्कस करांगे कि 1 पिक्सल की है, सॉलिड की है, ओके। उस तो बाद कलर दे विच मैं लेट्स से ग्रीन दे देना, ठीक है। मैं इसनू सेव कर देना, उस तो बाद मैं इसनू रीलोड कर रहा, तो तुसीं देखोगे, सो मैंने जूम कर देना थोड़ा जिहा, तुसीं देखोगे कि ऊपर कलर अलग आ गया, सैकेंड पैराग्राफ दे विच कलर अलग आ गया, थर्ड दे विच आपां बॉर्डर दिता सी तां बॉर्डर अप्लाई, ठीक है। नाउ आफ्टर दैट, सो दिस इज द इनलाइन मैथड, जिस दे विच तुसी टैग्स दे विच ही सारी इंफॉर्मेशन दे दिंदे हो, दैट इज कॉल्ड इनलाइन मैथड। नाउ नेक्स्ट इज द इंटरनल मैथड, ठीक है ना। सो इंटरनल मैथड दे विच आपां की करांगे, सो इंटरनल मैथड दे विच याद रखना कि जिहड़ा हैड टैग होएगा, ठीक है, हैड टैग दे अंदर तुसी की लिखोगे, एक स्टाइल टैग लिखोगे, स्टाइल टैग। सो इस स्टाइल टैग दे विच अगेन इत्थे एक टाइप लिखोगे, टाइप केड़ी होएगी साडी टेक्स्ट, क्योंकि CSS एक टेक्स्ट फाइल है, text/CSS, ठीक है, ये इदां ही लिखना है। उस तो बाद तुसी इत्थे दसना है कि तुसी स्टाइल की देना चाहते हो। फॉर एग्जांपल अगर तां मैं चाहना कि मेरे सारे पैराग्राफ्स नूं इक्को ही स्टाइल मिल जाए, ठीक है, जिन्ने भी मेरे पैराग्राफ्स ने उन्हां पैराग्राफ्स नूं इक्को ही स्टाइल मिल जाए, तो मैं सिंपल P टैग लिखूंगा, क्योंकि P मतलब पैराग्राफ, एंड इसनूं मैं की करूंगा, इत्थे स्टाइल दे दूंगा। स्टाइल मैं की देना चाहना, फॉर एग्जांपल मैं चाहना कि इसका जो साइज है, जो फॉन्ट साइज है, वो कितना हो जाए, वो थोड़ा वध जाए, कितना वध जाए, लेट्स से 20 पिक्सल, ठीक है। तो हुण तुसीं देखो बिना रिफ्रेश कीते मेरी आउटपुट ए आ रही सी, जो मैं रिफ्रेश किया तो मेरी आउटपुट आ रही है, मेरे को ऑटोमेटिकली साइज की हो गया, इसका इंक्रीज हो गया, सारे पैराग्राफ्स, ठीक है, सारे पैराग्राफ्स का साइज की हो गया, इंक्रीज हो गया। उस तो बाद अगर मैं चाहना कि मैं किसी पर्टिकुलर पैराग्राफ के बारे ही गल करा, तो उस दे विच मैं की यूज कर सकना, क्लासेस एंड आईडीज, जिस दे बारे आपां पहला ही गल कर चुके हैं कि क्लासेस एंड आईडीज किद्दां क्रिएट करनियां ने, ते क्लासेस एंड आईडीज दा की रोल हुंदा, तां तुसीं ओह वाली वीडियो देख सकते हो। नाउ इत्थे आपां की करांगे, इत्थे आपां क्लासेस एंड एक क्लास देवांगे या आईडी देवांगे। देखो अगर तक कॉमन स्टाइल अप्लाई करना है तुसीं, फॉर एग्जांपल तुसीं चाहुंदे हो कि आ दो पैराग्राफ्स नूं सेम स्टाइल अप्लाई होवे, तां तुसीं क्लास क्रिएट करोगे, इत्थे भी वही क्लास दा नाम दे दोगे, इत्थे भी वही क्लास दा नाम दे दोगे। फॉर एग्जांपल इत्थे क्लास दे रहे हो, लेट्स से माई पैरा, ठीक है, इत्थे भी तुसीं की दोगे, क्लास माई पैरा, ठीक है, ओके। ते हुण क्लास दे नाल किवें करना इत्थे डील, इंटरनल मैथड दे विच। सो ये किहड़ा मैथड है जी, ये मैथड है अपने कोल, जस्ट अ सेकंड, ये किहड़ा मैथड है, दिस इज इंटरनल मैथड, ओके। हुण इत्थे की करांगे आपां, इत्थे लिखांगे पैरा वाली क्लास यूज करांगे, तां उस नूं यूज करन दे लई पहला डॉट लगाओ, उस तो बाद लिखो माय पैरा जो क्लास दा नाम सी, उस तो बाद करली ब्रेसेस, देन एंटर करो, उस तो बाद इत्थे लगाओ जिहड़ा भी तुसीं कुछ लगाना है। सो फॉर एग्जांपल आपां इत्थे की करिए, आपां इत्थे इसनूं कोई बैकग्राउंड कलर दे दिंदे आ, ठीक है ना, इन्हां पैराग्राफ्स नूं कोई बैकग्राउंड कलर दे दिंदे आ, लेट्स से आपां आ वाला कलर दे दिंदे आ बैकग्राउंड, ठीक है। इसनूं सेव करदे आ, उस तो बाद तुसीं इसनूं रीलोड करो, तो देखोगे सिर्फ दोनों पैराग्राफ्स के उपर की होया, बैकग्राउंड कलर अप्लाई होया, क्योंकि इन्हां दोनों की क्लास असीं यूज की है इत्थे, ठीक है ना। उस तो बाद सो देखो इहदे उत्ते अगर मैं कर्सर लेके जाना तो मैनूं ऑटोमेटिकली दस रहा कि यह क्लास है, ठीक है। उस तो बाद अगर मैं चाहना कि मेरे सिर्फ पहले पैराग्राफ नूं कुछ मिले, ते वो जिहड़ी सारी डेफिनेशन है मैं कित्थे लिखा, इंटरनल मैथड दे विच लिखा, तां मैं इत्थे की यूज करूंगा, आईडी, ठीक है। सो आईडी दे लई लेट्स से इत्थे मैं लिख सकदा कि माई अलोन पैरा, कुछ भी लिख लो, ये थोड़ी मर्जी है, पर एक चीज हमेशा याद रखनी है कि एक पेज दे विच, एक वैब पेज दे विच, फॉर एग्जांपल CSS example.html वाले इस वैब पेज दे विच
आईडी जिहड़ी हैगी आ वो यूनीक होनी चाहिए है। इस माई अलोन पैरा नूं तुसीं दोबारा इत्थे या किते भी होर सेम पेज दे विच यूज नहीं कर सकते, ठीक है ना। सो ये तुहानूं की देगा, दिक्कत देगा। तो ये याद रखना है कि आईडी नूं दोबारा नहीं यूज करना, क्लास नूं यूज कर लो, दैट इज ओके, ठीक है। हुण अगर मैं आईडी दे उपर कुछ अलग लगाउणा चाहुंदा तो मैं की लिखूंगा, हैश, उस तो बाद माई अलोन पैरा, देन उस तो बाद मैं इसमें करूंगा एंटर। सो प्लीज ये याद रखना, आईडीज के केस च हैश एंड क्लास के केस च डॉट, ठीक है। ओके, सो उस तो बाद आपां देखिए कि आपां होर की कर सकते हैं। इस च आपां इत्थे अंडरलाइन करने की कोशिश करते हैं, आपां अंडरलाइन कर देंगे, है ना। सो टेक्स्ट डेकोरेशन दैट इज डॉटेड, ठीक है। उस तो बाद मैं इसको रीलोड करूंगा, जस्ट अ सेकंड। ओके, सो डॉटेड थोड़ा विजिबल नहीं सी, इस करके मैं टेक्स्ट डेकोरेशन केड़ी लगाती अंडरलाइन। सो ऑटोमेटिकली वो सारा की हो गया अंडरलाइन हो गया, पर होया केड़ा सिर्फ पहला पैराग्राफ, ठीक है। क्यों? क्योंकि मैं आईडी यूज की थी। ओके, सो ये बिल्कुल बेसिक जी चीज़ां सीगियां अपनियां। इंटरनल मैथड आपां गल कर चुके हैं एंड उस तो बाद इनलाइन मैथड की गल कर चुके हैं। एक तीसरा मैथड हुंदा है जी, दैट इज कॉल्ड एक्सटर्नल मैथड। एक्सटर्नल मैथड की करांगे असी, एक सैपरेट फाइल क्रिएट करांगे, नवी फाइल, ते इस फाइल नूं असी सेव करांगे .css नाल, .css, ठीक है। सो मेरे को ऑलरेडी पहला हैगी एक फाइल, दैट मींस ਆਪਾਂ कुछ और क्रिएट कर रहे हैं, mystyle.css, ठीक है ना। सो ऊपर देखोगे आइकन भी बन गया css ਦਾ। नाउ ਇੱਥੇ ਅਸੀਂ ਕੀ ਕਰ ਸਕਦੇ ਹਾਂ, ਇੱਥੇ ਜਿਹੜਾ ਆ ਵਾਲਾ ਕੋਡ ਹੈ, ਠੀਕ ਹੈ, ਜਿਹੜਾ ਆ ਵਾਲਾ ਕੋਡ ਇੱਥੇ ਅਸੀਂ ਸਟਾਈਲ ਟੈਗ 'ਚ ਲਿਖਿਆ ਸੀ, ਉਹ ਅਸੀਂ ਇੱਥੋਂ ਪਿਕ ਕਰਕੇ ਜਾਂ ਇਦਾਂ ਦਾ ਹੀ ਕੋਡ ਤੁਸੀਂ ਇੱਥੇ ਵੀ ਲਿਖ ਸਕਦੇ ਹੋ, ਠੀਕ ਹੈ। ਕਿਵੇਂ ਲਿਖੋਗੇ? ਫॉर एग्जांपल मैं ਚਾਹੁੰਦਾ ਕਿ ਮੇਰਾ ਜਿਹੜਾ ਆਈਡੀ ਹੈ, ठीक है, आ वाली आईडी है, मैं इसमें कुछ और भी काम करना चाहूंगा। सो माई अलोन पैरा, ठीक है, देन मैं इसके विच होर लेट्स से और आप इसके विच की मॉडिफिकेशन कर सकते हैं, फॉन्ट फैमिली, फॉन्ट फैमिली मतलब फॉन्ट की टाइप आप चेंज कर लेने हैं। फॉर एग्जांपल आ वाली फॉन्ट फैमिली आप इंक्लूड कर लें, ठीक है। सो इसनू सेव करता, उस तो बाद वापस गए, इसनू सॉरी इसनू ਆਪਾਂ इंक्लूड नहीं किया राजे, इस करके कोई इफेक्ट नहीं आएगा, हजे कोई चेंज नहीं होएगा, क्योंकि हुणे सैपरेट फाइल हो चुकी है, हुणे एक्सटर्नल फाइल है, ਤਾਂ इस फाइल नू इस दे विच कॉल करना जरूरी है। किवें करोगे वो देखो ध्यान नाल, ਆਪਾਂ की लिखांगे, एक लिखांगे लिंक, लिंक लिख के जो तुसी क्लिक करोगे तो ਤੁਹਾਡੇ ਕੋਲ इदां दा सारा कोड लिख के आ जाएगा। लिंक, लिंक तो बाद लिखोगे रेल, रेल मतलब रिलेशन, रिलेशन किदां दा है, स्टाइल शीट है। उस तो बाद href, href मतलब उस फाइल दी लोकेशन, सो उस फाइल दी लोकेशन। सो फाइल दी लोकेशन देन लगे प्लीज ये याद रखना कि तुसी एब्सोल्यूट लिंक दे रहे हो कि रिलेटिव लिंक दे रहे हो, जिस दे बारे अगेन मैं वीडियो कर चुकिया गा, तो तुसी वो वीडियो देख सकते हो जिस दे विच आपां एब्सोल्यूट ते रिलेटिव लिंक्स दे बारे गल कीती सी डिटेल दे विच, ठीक है। नाउ ये फाइल इंक्लूड होगी, अगर चेक करके देखना चाहते हो तो इत्थे कंट्रोल प्रेस करोगे तो हैंड का आइकन बन जाएगा, क्लिक करोगे तो फाइल ऑटोमेटिकली खुल जाएगी, ठीक है। सो इसनू आपां रीलोड करते हैं, तुसी देखोगे ऊपरला जिहड़ा फॉन्ट है वो ऑटोमेटिकली चेंज हो चुका है, ठीक है। सो ये ने रजे तीन मैथड, दिस वन in which you are defining an attribute inside the tag, tag ਦੇ ਅੰਦਰ ਤੁਸੀਂ attribute ਦੇ ਰਹੇ ਹੋ style ਦਾ, ਇਸ ਮੈਥਡ ਨੂੰ ਕਹਿੰਦੇ ਆ internal method। head ਦੇ ਅੰਦਰ ਤੁਸੀਂ style tag ਦਿੰਦੇ ਹੋਗੇ, ਇਸ ਮੈਥਡ ਨੂੰ ਕਹਿੰਦੇ ਆ ਆਪਾਂ internal method। ਸੋ ਜਿਹੜਾ ਆ ਵਾਲਾ ਸੀ inline method, this one is internal method। and ਅਗਰ ਇੱਕ separate file css ਦੀ create ਕਰਦੇ ਹੋ and ਉਸ ਤੋਂ ਬਾਅਦ ਉਸ ਨੂੰ call ਕਰਦੇ ਹੋ, ਤੁਸੀਂ ਆ ਵਾਲੇ मैथड दे नाल, लिंक मैथड दे नाल, then that method is called external method, ठीक है। हुण मैं एक बहुत इंटरेस्टिंग चीज तुहानूं दिखाउणी चाहुंदा ते जिहड़ी तुसीं देखोगे इत्थे। सो फॉर एग्जांपल मैं इत्थे की कर रहा हां, इत्थे मैं एक
एक क्लास क्रिएट करना, ठीक है। सो क्लास मतलब माई पैरा एंड मैं तिना नूं इक्को ही क्लास दूं, ठीक है। क्लास माई पैरा एंड सेम वाइज सो इस दे विच आपां एक ठीक है जी, सो माई पैरा एंड अगेन इस दे विच क्लास माई पैरा, ठीक है। इस दे विच एक चीज होर दूंगा मैं कि मैं इस दे विच पहला स्टाइल डिफाइन कर दिंदा। सो स्टाइल मैं सारे इक्को चीज ही दे रहा हां, दैट मीनस कलर। सो इस नूं लेट्स से मैं कलर क्रिम्सन देता एंड इस केस दे विच मैं कलर लेट्स से कलर इज नाउ। सो पैराग्राफ ज्यादा हो रहे ने, आपां इस करके इस नूं एक दो नूं डिलीट ही कर देंगे, क्योंकि हुण तक असीं कंसैप्ट तां समझ ही लिया कि क्लासेस दा की है, आईडीज दा की रोल है। ओके, सो इक्को ही पैराग्राफ रखते नाउ। उस तो बाद की करते हैं ਆਪਾਂ ਇਸੇ ਪੈਰਾਗ੍ਰਾਫ ਦੇ ਉੱਪਰ ਇੰਟਰਨਲ ਮੈਥਡ ਦੇ ਵਿੱਚ ਵੀ ਕਲਰ ਲਗਾਉਂਦੇ ਹਾਂ, ਠੀਕ ਹੈ। ਇੰਟਰਨਲ ਮੈਥਡ ਦੇ ਵਿੱਚ ਆਪਾਂ ਕਲਰ ਲਗਾਉਂਦੇ ਹਾਂ ਲੈਟਸ ਸੇ ਯੂਜ਼ਿੰਗ हैश ਤੋਂ ਬਾਅਦ ਆਪਾਂ ਕਿਉਂਕਿ ਆਈਡੀ ਦਿੱਤੀ ਹੈ, ਸੋ हैश ਮਾਈ ਪੈਰਾ ਐਂਡ ਉਸ ਤੋਂ ਬਾਅਦ ਆਪਾਂ ਇੱਥੇ ਕੀ ਕਰਾਂਗੇ ਕਲਰ, ਠੀਕ ਹੈ। ਇੱਥੇ ਕਲਰ ਕਿਹੜਾ ਦੇ ਦੇ ਰਿਹਾ ਮੈਂ ਡਾਰਕ ਸਿਆਨ, ਠੀਕ ਹੈ ਨਾ, ਡਾਰਕ ਕਲਰ ਦੇ। एंड सेम वाइज मैं एक्सटर्नल मैथड च भी जा रहा एंड एक्सटर्नल मैथड च जाके भी मैं माई पैरा एंड उस तो बाद मैं इत्थे भी कलर दूंगा, इत्थे भी मैं कलर कुछ अलग दे रहा, ठीक है। जस्ट अ सेकंड, सो कलर, सो लेट्स से इत्थे कलर मैं दे रहा लेट्स से लाइट ग्रीन, ओके। सो इसनूं मैं सेव कर। सो हुण ध्यान नाल देखो मैं की कीता, मैं इक्को ही पैराग्राफ रखिया, उस दे विच एक मैं क्लास क्रिएट कर ली। सो क्लास नहीं रादर ये आईडी यूज कर गया मैं इत्थे, तां मैं इसनूं आईडी ही लिख दिंदा। सो आईडी है आईडी माई पैरा, दैन मैं इस दे नाल ही एक कलर देता। मैं इंटरनल मैथड च गया, इंटरनल मैथड च भी मैं आईडी यूज करके एक कलर देता, ठीक है। एंड उस तो बाद मैं एक्सटर्नल मैथड च गया, मैं एक्सटर्नल मैथड च जाके भी एक कलर देता, ठीक है। उस तो बाद हुण मैं की कर रहा, हुण मैं ये देखना चाहना कि मेरे को क्रिम्सन आएगा, डार्क सियान आएगा या मेरे को लाइट ग्रीन आएगा, क्योंकि देखो मैं तिना आईडीज दे ऊपर मतलब इक्को ही चीज दे ऊपर मैं बेसिकली कलर दे रहा ना। इस दे विच मैं इस पैराग्राफ दे ऊपर आईडी दे थ्रू मैं अगेन इस पैराग्राफ दे ऊपर एंड देन अगेन इस आईडी दे थ्रू मैं इसे पैराग्राफ दे ऊपर कलर दे रहा। सो मैं हुण ये देखना चाहूंगा कि मेरे को कलर केड़ा आएगा। देखो कलर आया मेरे को क्रिम्सन, यानी आ वाला कलर आया, आ वाला कलर नहीं आया। सो वो क्यों नहीं आया मैं तुहानूं दसदा। तो पहला इसनूं आपां रिमूव कर लैंदे। अगर इसनूं मैं रिमूव कर दिंदा फॉर एग्जांपल, तां मेरे को कलर किहड़ा आएगा, तां मेरे को कलर आ गया, ठीक है, डार्क सियान। उस तो बाद अगर मैं इसनूं भी रिमूव कर दा, ठीक है, तां मेरे को कलर किहड़ा आएगा, जस्ट सो ओके। सो इहदे एक चीज ये दिक्कत आ रही है, ठीक है। सो इसनूं मैं की करदा, मैं इसनूं बाद दे विच लिख, ठीक है, तां करके प्रॉब्लम। सो इत्थे देखोगे तां इत्थे हुण कलर किहड़ा आया, डार्क सियान आया। सो डार्क सियान दे विच मैं की होया, मैं इत्थों इहनूं रिमूव कीता तां फिर मेरे को कलर किहड़ा आ गया, लाइट ग्रीन आ गया। हुण इत्थे मतलब दिक्कत की हुई है अपने को, क्यों इदां क्यों होया, ठीक है, उस दे बारे गल कर। देखो पहले केस दे विच की होया, पहले इन्हां दोनां दे केस दे विच तां ऑर्डर मैटर करेगा दे, ठीक है। अगर मैं आ वाले लिंक नूं कट करके ऊपर ले जाना, अगर इत्थे पेस्ट कर देना, दैट मीनस होएगा कि जेड़ा स्टाइल ए देगा ओनू ए रिप्लेस कर देगा, ते जेड़ा ए देगा उसनू कौन रिप्लेस कर देगा, आ वाला रिप्लेस कर देगा, क्योंकि ये बहुत क्लोजली लाइक कर रहे हैं इससे, ठीक है ना। सब तो ज्यादा क्लोज कौन लाइक कर रहा है, इनलाइन मैथड, ठीक है, क्योंकि एक्सटर्नल ने पहला कलर देता, एक्सटर्नल तो बाद किहदी वारी आ गई, इंटरनल दी, इंटरनल ने वो कलर नू रिप्लेस करता, उस तो बाद किहदी वारी आ गई, इनलाइन मैथड दी, तां इनलाइन ने उसनू रिप्लेस करता। सो प्लीज ये चीज दा ध्यान रखना कि ये किद्दां काम करदी है, ठीक है। सो ये इसे दे बारे अपने कोल इत्थे गल कीती जांदी है। सो आ देखो ये हुंदा कैस्केडिंग ऑर्डर। सो ये ऑर्डर किस दे विच चलेगा, सब तो पहला इनलाइन स्टाइल चलेगा, उस तो बाद एक्सटर्नल या इंटरनल स्टाइल शीट चलेगी, ठीक है ना। फिर उस तो बाद जो ब्राउजर दी डिफॉल्ट है, मतलब अगर CSS नहीं हैगी तो उस तो बाद फिर ब्राउजर दी जो अपनी डिफॉल्ट सेटिंग होंदियां ने वो चलणगी। बस याद रखना कि अगर क्वेश्चन आ जाता है 1 नंबर च कि सब तो ज्यादा हाईएस्ट प्रायोरिटी किहड़े मैथड दी है,
ਤਾਂ ਇਨਲਾਈਨ ਸਟਾਈਲ ਦੀ ਸਭ ਤੋਂ ਜ਼ਿਆਦਾ ਹਾਈਐਸਟ ਮਤਲਬ ਪ੍ਰਾਇੋਰਟੀ ਹੈ। ਐਂਡ ਇਹ ਐਕਸਟਰਨਲ ਤੇ ਇੰਟਰਨਲ ਸਟਾਈਲਸ ਨੂੰ ਤੇ ਬ੍ਰਾਊਜ਼ਰ ਦੀਆਂ ਜੋ ਡਿਫਾਲਟ ਸਟਾਈਲਸ ਨੇ ਉਹਨਾਂ ਸਭ ਨੂੰ ਕੀ ਕਰ ਦੇਗਾ, ਰਿਪਲੇਸ ਕਰ ਦੇਗਾ। ਸੋ ਪਲੀਜ਼ ਇਸ ਚੀਜ਼ ਦਾ ਧਿਆਨ ਰੱਖਣਾ। ਐਂਡ ਇਸ ਤੋਂ ਬਾਅਦ ਹੁਣ ਆਪਾਂ ਕਾਫੀ ਕੁਝ ਦੇਖ ਚੁੱਕੇ ਹਾਂ, ਦੈਟ ਮੀਨਸ ਸਾਨੂੰ ਸਿੰਟੈਕਸ ਵੀ ਕਾਫੀ ਕਲੀਅਰ ਹੋ ਜਾਏਗਾ। ਸੋ ਸਿੰਟੈਕਸ ਦੀ ਅਗਰ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜਿਹੜੀ ਕੀ ਚੀਜ਼ ਲਿਖਾਂਗੇ ਆਪਾਂ, that is called selector। ठीक है, सो आ ਜਿਹੜੀ ਚੀਜ਼ ਆਪਾਂ ਲਿਖੀ ਹੈ this is called selector। ਹੁਣ ਇੱਥੇ selector id ਤੇ ਕਲਾਸਿਸ ਦੇ ਬੇਸ ਤੇ ਵੀ ਹੋ ਸਕਦਾ ਹੈ ਤੇ ਸਿੰਪਲ ਟੈਗ ਦੇ ਬੇਸ ਤੇ ਵੀ ਹੋ ਸਕਦਾ ਹੈ, ਕਿਉਂਕਿ p ਕੀ ਹੈ, p is a paragraph। ਐਂਡ ਸੇਮ ਵਾਈਜ਼ ਅਗਰ ਮੈਂ h1 ਤੇ ਲਾਉਣਾ ਤਾਂ ਮੈਂ h1 ਟੈਗ ਵੀ ਲਿਖ ਸਕਦਾ। ਉਸ ਤੋਂ ਬਾਅਦ ਅਗਰ ਮੈਂ ਲੈਟਸ ਸੇ ਕੋਈ img ਟੈਗ ਤੇ ਲਗਾਉਣਾ ਤਾਂ ਮੈਂ img ਟੈਗ ਤੇ ਵੀ ਲਿਖ ਸਕਦਾ। ਤੁਸੀਂ ਟੈਗ ਤੇ ਵੀ ਲਗਾ ਸਕਦੇ ਹੋ, ਤੁਸੀਂ ਆਈਡੀਜ਼ ਤੇ ਵੀ ਲਗਾ ਸਕਦੇ ਹੋ, ਤੁਸੀਂ ਕਲਾਸਿਸ ਤੇ ਵੀ ਲਾ ਸਕਦੇ ਹੋ। ਹਰ ਇੱਕ ਉਸ ਚੀਜ਼ ਨੂੰ ਆਪਾਂ ਕੀ ਕਹਾਂਗੇ, ਸਿਲੈਕਟਰ। ਉਸ ਤੋਂ ਬਾਅਦ ਕਰਲੀ ਬ੍ਰੇਸਿਸ ਦੇ ਵਿੱਚ ਜੋ ਚੀਜ਼ ਲਿਖੀ ਜਾਏਗੀ that is declarations। ਇਹ ਕਿਹੜੀਆਂ ਹੋਣਗੀਆਂ, ਸਭ ਤੋਂ ਪਹਿਲਾਂ ਇੱਕ ਪ੍ਰੋਪਰਟੀ ਲਿਖਾਂਗੇ। ਅਗਰ ਕਲਰ ਲਿਖ ਲਿਓ, ਫॉर एग्जांपल ਜਿਵੇਂ ਮੈਂ ਇੱਥੇ ਕਲਰ ਲਿਖਿਆ ਤਾਂ this is my property। ਐਂਡ ਉਸ ਤੋਂ ਬਾਅਦ ਕੋਲਨ ਲਿਖਣਾ ਹੈ, ਕੋਲਨ ਲਿਖਣ ਤੋਂ ਬਾਅਦ ਫਿਰ ਕੀ ਲਿਖਣੀ ਹੈ, ਵੈਲਿਊ ਲਿਖਣੀ ਹੈ ਐਂਡ ਸੈਮੀਕੋਲਨ लगाना है। ठीक है, अगर एक एलिमेंट लिखा तो फिर ये सर भी सकता है। अगर एक तो ज्यादा प्रॉपर्टीज लिख रहे हो तुसी तो फिर लगाना पड़ेगा। एक तो ज्यादा प्रॉपर्टी किमें, फॉर एग्जांपल अगर तुसी इथे फॉन्ट साइज भी डिफाइन कर रहे हो, ठीक है, लाइक 20 पिक्सल तो ਤੁਹਾਨੂੰ इथे लगाना पड़ेगा। अगर नहीं लगाओगे तो ਤੁਹਾਡੇ ਕੋਲ ਇੱਕ एरर आएगा। सो तुसी देखोगे इथे एक एरर आ गया। ठीक है, सो ये प्लीज इस गल का ध्यान रखो कि हर एक प्रॉपर्टी जो है वो सैमीकोलन ਦੇ ਨਾਲ ਕੀ ਹੋਏਗੀ, ਸੈਪਰੇਟ। ठीक है, सो ये अपने को हो गया। सो इस एग्जांपल ਦੇ ਵਿੱਚ ਅਗਰ ਦੇਖੀਏ ਹੈ ਨਾ, ਜਿਹੜੀ ਆਪਾਂ ਆ एग्जांपल है ਤਾਂ p ਕੀ ਹੋ ਗਿਆ ਆਪਣੇ ਕੋਲ, ਸਿਲੈਕਟਰ। ਐਂਡ ਉਸ ਤੋਂ ਬਾਅਦ ਕਲਰ ਕੀ ਹੋ ਗਿਆ, ਪ੍ਰੋਪਰਟੀ। ਰੈਡ ਕੀ ਹੋ ਗਿਆ, ਉਸ ਦੀ ਵੈਲਿਊ। ਟੈਕਸਟ ਅਲਾਈਨ ਅਗੇਨ ਇਜ਼ ਅ css ਪ੍ਰੋਪਰਟੀ ਐਂਡ ਸੈਂਟਰ ਕੀ ਹੋ ਗਿਆ ਸਾਡੇ ਕੋਲ, ਅਗੇਨ ਉਸ ਦੀ ਵੈਲਿਊ। ਠੀਕ ਹੈ, ਸੋ ਇੱਥੇ ਤੱਕ ਆਪਾਂ ਇਹ ਸਾਰੀ ਗੱਲ ਕਰ ਚੁੱਕੇ ਹਾਂ। ਉਸ ਤੋਂ ਬਾਅਦ ਸਿਲੈਕਟਰਸ ਆਪਣੇ ਕੋਲ ਕਿਹੜੇ ਹੁੰਦੇ ਨੇ, ਆਈਡੀਜ਼ ਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਐਲੀਮੈਂਟ ਸਿਲੈਕਟਰ ਹੁੰਦਾ, ਯਾਨੀ ਜਿਹੜਾ ਟੈਗ ਹੁੰਦਾ। ਸੋ ਟੈਗ ਦੇ ਉੱਪਰ ਵੀ ਲਗਾ ਸਕਦੇ ਹਾਂ। ਸੋ ਮੈਂ ਆਹੀ ਦੱਸਿਆ ਕਿਸੇ ਕਿ ਟੈਗ ਦੇ ਉੱਪਰ ਵੀ ਤੁਸੀਂ CSS ਲਗਾ ਸਕਦੇ ਹੋ। ਉਸ ਤੋਂ ਬਾਅਦ ਆਈਡੀਜ਼ ਦੇ ਉੱਪਰ ਵੀ ਲਗਾ ਸਕਦੇ ਹੋ, ਲਾਈਕ ਦਿਸ ਹੈਸ਼ ਯੂਜ਼ ਕਰਕੇ। ਕਲਾਸਿਸ ਦੇ ਉੱਪਰ ਲਗਾ ਸਕਦੇ ਹੋ ਯੂਜ਼ਿੰਗ ਡਾਟ। ਠੀਕ ਹੈ ਨਾ। ਐਂਡ ਉਸ ਤੋਂ ਬਾਅਦ ਯੂਨੀਵਰਸਲ ਸਿਲੈਕਟਰ। ਯੂਨੀਵਰਸਲ ਦਾ ਮਤਲਬ ਕੀ ਹੁੰਦਾ ਰਾਜੇ, ਕਿ ਫॉर एग्जांपल ਤੁਸੀਂ ਸਾਰੇ ਪੇਜ ਦੇ ਉੱਪਰ ਹੀ ਅਪਲਾਈ ਕਰਨਾ ਚਾਹੁੰਦੇ ਹੋ। ਫॉर एग्जांपल ਮੈਂ ਇਹ ਕਹਿਣਾ ਚਾਹੁੰਦਾ ਕਿ ਮੇਰੇ ਪੇਜ ਦੇ ਵਿੱਚ ਜਿਹੜੇ ਜੋ ਵੀ ਡਿਸਪਲੇ ਹੋ ਰਿਹਾ ਹੈ ਉਹਦਾ ਸਭ ਦਾ ਫੌਂਟ ਸਾਈਜ਼ ਕੀ ਹੋਵੇ, ਆਹ ਵਾਲਾ ਫੌਂਟ ਸਾਈਜ਼ ਹੋਵੇ। ਮੈਂ ਇੱਕ ਸਿਲੈਕਟ ਕਰ ਲਿਆ। ਠੀਕ ਹੈ, ਸੋ ਆ ਫालतू ਦੀਆਂ ਚੀਜ਼ਾਂ ਮੈਂ ਇੱਥੇ ਰਿਮੂਵ ਕਰ ਦਿੰਦਾ। ਠੀਕ ਹੈ, ਐਂਡ ਇੱਥੋਂ ਮੈਂ ਇੱਕ ਪੈਰਾਗ੍ਰਾਫ ਕਾਪੀ ਕਰਕੇ ਇੱਕ ਨਵਾਂ ਪੈਰਾਗ੍ਰਾਫ ਕ੍ਰੀਏਟ ਕਰ ਰਿਹਾ ਤੇ ਉਸ ਦੇ ਵਿੱਚ ਮੈਂ ਕੁਝ ਨਹੀਂ ਲਗਾਉਂਦਾ। ਲੈਟਸ ਹੁਣ ਦੇਖੋ ਮੈਂ ਜਿਹੜਾ ਸਟਾਈਲ ਲਿਖਿਆ ਹੈ, ਜਿਹੜਾ ਸਟਾਰ ਲਗਾਇਆ, ਯੂਨੀਵਰਸਲ ਸਿਲੈਕਟਰ ਲਾਇਆ, ਇਸ ਦੇ ਵਿੱਚ ਮੈਂ ਫੌਂਟ ਫੈਮਿਲੀ ਦਿੱਤੀ ਹੈ। दैट मीन्स ਹੁਣ ਮੇਰੇ ਜਿੰਨੇ ਵੀ ਪੈਰਾਗ੍ਰਾਫ ਨੇ ਸਭ ਦੇ ਉੱਪਰ ਸੇਮ ਫੌਂਟ ਅਪਲਾਈ ਹੋਣਾ ਚਾਹੀਦਾ। ਸੋ ਦੇਖੋਗੇ ਮੇਰੇ ਕੋਲ ਦੋਨਾਂ ਦੇ ਉੱਪਰ ਹੀ ਫੌਂਟ ਸੇਮ ਅਪਲਾਈ ਹੋ ਰਿਹਾ। ਉੱਪਰਲੇ ਦਾ ਸਾਈਜ਼ ਥੋੜਾ ਵੱਡਾ ਹੈ ਬਟ ਉਹ ਮੈਂ ਦਿੱਤਾ ਹੈਗਾ ਤਾਂ ਕਰਕੇ ਵੱਡਾ ਹੈ, ਅਦਰਵਾਈਜ਼ ਦੋਨਾਂ ਦੀ ਫੌਂਟ ਫੈਮਿਲੀ ਸੇਮ ਹੈ। ਸੋ ਦਿਸ ਇਜ਼ ਕਾਲਡ ਯੂਨੀਵਰਸਲ ਸਿਲੈਕਟਰ। ਜਦੋਂ ਤੁਸੀਂ ਚਾਹੁੰਦੇ ਹੋ ਕਿ ਸਾਰੇ ਪੇਜ ਦੇ ਉੱਪਰ ਹੀ ਸਾਰਾ ਕੁਝ ਲੱਗ ਜੇ ਤਾਂ ਉੱਥੇ ਸਾਰਾ ਮਤਲਬ ਤੁਸੀਂ ਕੀ ਕਰ ਸਕਦੇ ਹੋ, ਸਟਾਰ ਯੂਜ਼ ਕਰ ਸਕਦੇ ਹੋ। ਠੀਕ ਹੈ, ਸੋ ਉਸ ਤੋਂ ਬਾਅਦ ਫਿਰ ਤੁਸੀਂ ਅਗਰ ਗਰੁੱਪਿੰਗ ਕਰਨੀ ਹੈ, ਮੰਨ ਲਓ ਅਗਰ ਤੁਸੀਂ ਚਾਹੁੰਦੇ ਹੋ कि ਜਿਹੜਾ ਮੇਰਾ हैश पैरागा, ठीक है ना, ਜਾਂ ਉਸ ਤੋਂ ਬਾਅਦ ਮੇਰਾ p टैग है, मैं उसके ऊपर भी लगाना चाहना तो ਤੁਸੀਂ ਇਦਾਂ ਗਰੁੱਪਿੰਗ ਵੀ ਕਰ ਸਕਦੇ ਹੋ, ਕੌਮਾ ਲਗਾ ਕੇ ਗਰੁੱਪਿੰਗ ਕਰ ਸਕਦੇ ਹੋ। ਠੀਕ ਹੈ ਨਾ, that is also allowed। so with this your CSS selector is completed also। ठीक है, सो ਆਪਾਂ ਇੰਟਰੋਡਕਸ਼ਨ ਦੇਖ ਚੁੱਕੇ ਹਾਂ, ਸਿੰਟੈਕਸ ਦੇਖ ਚੁੱਕੇ ਹਾਂ, CSS ਸਿਲੈਕਟਰਸ ਦੇਖ ਚੁੱਕੇ ਹਾਂ ਐਂਡ ਤਿੰਨ ਮੈਥਡਸ ਵੀ ਆਪਾਂ ਦੇਖ ਚੁੱਕੇ ਹਾਂ। ਕਿਹੜੇ ਹੁੰਦੇ ਆ, ਇਨਲਾਈਨ ਮੈਥਡ, ਇੰਟਰਨਲ ਮੈਥਡ ਐਂਡ ਐਕਸਟਰਨਲ ਮੈਥਡ। So I hope you got the basics of CSS and थोड़ा ਜਿਹਾ momentum set ਹੋ ਚੁੱਕਿਆ ਇਸ ਦੇ ਨਾਲ। ਤਾਂ ਆਪਾਂ next videos ਦੇ ਵਿੱਚ ਜਿਹੜੀਆਂ ਬਾਕੀ ਆਪਣੇ ਕੋਲ properties ਆ ਰਹੀਆਂ ਨੇ like color, background, borders, ਇਹਨਾਂ ਸਾਰਿਆਂ ਬਾਰੇ ਵੀ ਆਪਾਂ ਗੱਲ ਕਰਾਂਗੇ। So thank you everyone for listening। I'll see you in the next video।